ਜਿਹੜੇ ਕ੍ਰਿਮੀਨਲ ਹੈ ਉਹ ਗਲੋਰੀਫਾਈ ਹੋ ਰਹੇ ਆ। ਇਹ ਕਿਹੜਾ ਨਵਾਂ ਕੰਮ ਚੱਲ ਪਿਆ ਕਿ ਗ੍ਰਿਫਤਾਰੀ ਦੇਣੀ ਹੈ ਤੇ ਹਾਰ ਪਾ ਕੇ ਗ੍ਰਿਫਤਾਰੀ ਦੇਗਾ। ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਜਿਹੜਾ ਮੇਨ ਅਕਿਊਜ਼ਡ ਹੈ ਉਹ ਬੀਜੇਪੀ ਦਾ ਹੈ, ਬੀਜੇਪੀ ਵਾਲੇ ਕਹਿ ਰਹੇ ਨੇ ਉਹ ਆਮ ਆਦਮੀ ਪਾਰਟੀ ਦਾ ਹੈ। ਜਿਵੇਂ ਪਟਿਆਲਾ ਇੱਕ ਕੰਮ ਹੀ ਬਣ ਗਿਆ ਵੀ ਪੁਲਿਸ ਵਾਲਿਆਂ ਤੇ ਹਮਲਾ ਹੋਣਾ ਤੇ ਉਹਨਾਂ ਦੇ ਹੱਥ ਵੱਢੇ ਜਾਣੇ। 2 ਪੀਸਫੁਲੀ ਨਿਕਲ ਗਈਆਂ। ਤੀਜੀ ਸ਼ੋਭਾ ਯਾਤਰਾ ਦੀ ਪਰਮਿਸ਼ਨ ਨਹੀਂ ਸੀ ਲਈ ਗਈ। 9 ਬੰਦੇ ਜ਼ਖਮੀ ਹੋਏ, 8 ਉਹਨਾਂ 'ਚੋਂ ਪੁਲਿਸ ਵਾਲੇ ਆ। ਫਾਇਰ ਆਰਮ ਵੀ ਯੂਜ਼ ਹੋਇਆ। ਫਾਇਰ ਆਰਮ ਦੀ ਜਿਹੜੀ ਇੰਜਰੀ ਆ ਉਹ ਥਾਣੇਦਾਰ ਸਾਹਿਬ ਨੂੰ ਲੱਗੀ ਆ। ਉਹਦੀ ਪਰਮਿਸ਼ਨ ਲੈਣੀ ਬਣਦੀ ਸੀ, ਉਹ ਨਹੀਂ ਲਈ ਗਈ ਪ੍ਰੋਸੈਸ਼ਨ ਦੀ। ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਹੋ ਸਕਦਾ, ਹੋ ਰਿਹਾ ਹੈ। ਅਗਰ ਕੋਈ ਕੌਨਸਪੀਰੇਸੀ ਹੈਗੀ ਹੈ ਉਹ ਨੰਗੀ ਹੋਣੀ ਚਾਹੀਦੀ ਹੈ। ਜੇ ਕਿਸੇ ਬੰਦੇ ਨੇ ਇਹਨੂੰ ਕ੍ਰਿਮੀਨਲ ਨੂੰ ਸ਼ਹਿ ਦਿੱਤੀ ਹੈ ਉਹ ਵੀ ਨੰਗਾ ਹੋਣਾ ਚਾਹੀਦਾ। ਇਹ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਆਪਣੇ ਆਪ ਨੂੰ ਆਪ ਹੀ ਨੀਵਾਂ ਦਿਖਾ ਰਹੀ ਹੈ। ਇਹ ਕਿਹੜਾ ਨਵਾਂ ਕੰਮ ਚੱਲ ਪਿਆ ਕਿ ਗ੍ਰਿਫਤਾਰੀ ਦੇਣੀ ਹੈ ਤੇ ਹਾਰ ਪਾ ਕੇ ਗ੍ਰਿਫਤਾਰੀ ਦੇਗਾ। ਨੈਸ਼ਨਲ ਲੈਵਲ ਤੇ ਵੀ ਤੇ ਡਿਸਟ੍ਰਿਕਟ ਲੈਵਲ ਤੱਕ ਇੰਟਰਫੇਥ ਕੋਆਰਡੀਨੇਸ਼ਨ ਕਮੇਟੀਆਂ ਬਣਨੀਆਂ ਚਾਹੀਦੀਆਂ। ਉਹਨੂੰ ਫਿਰ ਨੌਕਰੀ ਤੋਂ ਡਿਸਮਿਸ ਕਰਤਾ, ਉਹ 2 ਮਹੀਨੇ ਤੋਂ ਲਾਪਤਾ। ਅਸੀਂ ਉਹਦੇ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਹੈ। ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਿਛਲੇ ਦਿਨੀ ਜਹਾਂਗੀਰਪੁਰੀ ਦੇ ਵਿੱਚ 2 ਮਜ਼ਹਬਾਂ ਦੇ ਵਿੱਚ ਝਗੜਾ ਹੋ ਗਿਆ ਔਰ ਉਹ ਮਸਲਾ ਚੇਅਰਮੈਨ ਮਿਨੋਰਟੀ ਕਮਿਸ਼ਨ ਆਫ ਇੰਡੀਆ ਸਰਦਾਰ ਲਾਲਪੁਰਾ ਜੀ ਕੋਲ ਪਹੁੰਚਿਆ। ਅੱਜ ਸਰਦਾਰ ਲਾਲਪੁਰਾ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਦੇ ਆ ਵੀ ਉਹ ਅਸਲ 'ਚ ਮਸਲਾ ਹੋਇਆ ਕੀ ਹੈ ਔਰ ਉੱਥੇ ਹੁਣ ਜਿਹੜਾ ਮੇਨ ਅਕਿਊਜ਼ਡ ਹੈ ਜਿਹਨੂੰ ਪੁਲਿਸ ਨੇ ਅਰੈਸਟ ਕੀਤਾ ਹੈ ਉਹਦਾ ਕੀ ਸਟੇਟਸ ਹੈ ਸਰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਂਗੀਆ ਸਾਹਿਬ, ਗੱਲ ਇਹ ਹੈ ਕਿ ਉਸ ਦਿਨ ਭਗਵਾਨ ਹਨੂੰਮਾਨ ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਸੀ ਔਰ ਇੱਕ ਜਿਹੜਾ 3 ਜਿਹੜੇ ਹੈ ਨਗਰ ਕੀਰਤਨ ਜਿਹਨੂੰ ਆਪਾਂ ਕਹਿੰਦੇ ਹਾਂ ਸ਼ੋਭਾ ਯਾਤਰਾ, ਉਹ ਉੱਥੋਂ ਨਿਕਲੀਆਂ। 2 ਪੀਸਫੁਲੀ ਨਿਕਲ ਗਈਆਂ। ਤੀਜੀ ਸ਼ੋਭਾ ਯਾਤਰਾ ਦੀ ਪਰਮਿਸ਼ਨ ਨਹੀਂ ਸੀ ਲਈ ਗਈ ਔਰ ਉਹ ਜਦੋਂ ਮੋੜ 'ਤੇ ਪਹੁੰਚੇ ਉੱਥੇ ਉਹਨਾਂ ਦਾ ਕਲੈਸ਼ ਹੋ ਗਿਆ ਕੁਝ ਬੰਦਿਆਂ ਦਾ। 80% ਜਿਹੜੀ ਹੈ ਸ਼ੋਭਾ ਯਾਤਰਾ ਲੰਘ ਚੁੱਕੀ ਸੀ, 20% ਪਿੱਛੇ ਸੀ। ਲੇਕਿਨ ਉਸ ਵੇਲੇ ਪੁਲਿਸ ਮੌਕੇ 'ਤੇ ਹਾਜ਼ਰ ਸੀ। ਉਹਨਾਂ ਨੇ ਇਮੀਡੀਏਟਲੀ ਰਿਐਕਸ਼ਨ ਕੀਤਾ। 9 ਬੰਦੇ ਜ਼ਖਮੀ ਹੋਏ, 8 ਉਹਨਾਂ 'ਚੋਂ ਪੁਲਿਸ ਵਾਲੇ ਆ। ਫਾਇਰ ਆਰਮ ਵੀ ਯੂਜ਼ ਹੋਇਆ। ਫਾਇਰ ਆਰਮ ਦੀ ਜਿਹੜੀ ਇੰਜਰੀ ਆ ਉਹ ਥਾਣੇਦਾਰ ਸਾਹਿਬ ਨੂੰ ਲੱਗੀ ਆ। ਜਿਹੜਾ ਸਿਵਲੀਅਨ ਸੀ ਉਹਦੇ ਸਿੰਪਲ ਇੰਜਰੀਜ਼ ਹੈਗੀਆਂ ਨੇ ਅਤੇ ਕੋਈ ਵੱਡੀ ਜਿਹੜੀ ਹੈ ਉਹ ਐਸਾ ਨਹੀਂ ਹੋਇਆ ਕਿ ਕਿਸੇ ਕਮਿਊਨਿਟੀ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ ਹੋਵੇ। ਅਤੇ ਮੈਂ ਵੀ ਅਤੇ ਪੂਰਾ ਕਮਿਸ਼ਨ ਦੇ ਮੈਂਬਰ ਸਾਹਿਬਾਨ ਅਸੀਂ ਸਾਰੇ ਮੌਕੇ 'ਤੇ ਗਏ ਸੀ। ਦੋਵਾਂ ਧਿਰਾਂ ਨੂੰ ਮਿਲੇ ਹਾਂ, ਆਮ ਇੰਡੀਪੈਂਡੈਂਟ ਲੋਕਾਂ ਨੂੰ ਵੀ ਮਿਲੇ ਆ। ਉਹ ਸਾਰੇ ਉੱਥੇ ਪੀਸ ਐਂਡ ਹਾਰਮਨੀ ਨਾਲ ਵਸਦੇ ਆ ਅਤੇ ਉਹਨਾਂ 'ਚ ਜਿਹੜੇ 30 ਬੰਦੇ ਪੁਲਿਸ ਨੇ ਗ੍ਰਿਫਤਾਰ ਕਰ ਲਏ, ਉਹਦੇ 'ਚ ਉਹ ਬੰਦਾ ਵੀ ਸ਼ਾਮਲ ਹੈ ਜਿਹਨੇ ਫਾਇਰਿੰਗ ਕੀਤੀ। ਸੋ ਪੁਲਿਸ ਨੇ ਇੱਕ ਅੱਛਾ ਕੰਮ ਕੀਤਾ ਅਤੇ ਮੈਂ ਸਮਝਦਾ ਕਿ ਪੁਲਿਸ ਨੂੰ ਇਹਦੀ ਅਸੀਂ ਵੀ ਵਧਾਈ ਦੇ ਕੇ ਆਏ ਹਾਂ, ਸ਼ਾਬਾਸ਼। ਕਿਉਂਕਿ ਜਿਹੜਾ ਵੀ ਚੰਗਾ ਕੰਮ ਕਰੇ ਉਹਦੀ ਸ਼ਾਬਾਸ਼ ਬਣਦੀ ਹੈ ਅਤੇ ਆਸ ਕਰਦੇ ਹਾਂ ਕਿ ਜਿਹੜੇ ਬਾਕੀ ਮੁਲਜ਼ਮ ਹੈ ਉਹ ਸਾਰੇ ਫੜ ਕੇ ਜਿਹੜੇ ਕੌਨਸਪੀਰੇਟਰ ਹੈ ਉਹ ਐਕਸਪੋਜ਼ ਹੋਣਗੇ ਅਤੇ ਜਿਹੜਾ ਸਾਰਾ ਕੁਛ ਹੈ ਲੋਕਾਂ ਦੇ ਸਾਹਮਣੇ ਆਏਗਾ। ਸਰ, ਇਸ ਵਿੱਚ ਮੀਡੀਆ ਦੇ ਉੱਪਰ ਬਹੁਤ ਲੜਾਈ ਚੱਲ ਰਹੀ ਹੈ। ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਜਿਹੜਾ ਮੇਨ ਅਕਿਊਜ਼ਡ ਹੈ ਉਹ ਬੀਜੇਪੀ ਦਾ ਹੈ, ਬੀਜੇਪੀ ਵਾਲੇ ਕਹਿ ਰਹੇ ਨੇ ਉਹ ਆਮ ਆਦਮੀ ਪਾਰਟੀ ਦਾ ਹੈ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ? ਦੇਖੋ, ਮੈਂ ਜਿਹੜੀ ਸਾਡਾ ਕੰਮ ਹੁੰਦਾ ਹੈ ਉਹ ਪੜਤਾਲ ਕਰਨੀ ਕਿ ਆਪਸੀ ਝਗੜਾ ਕਿਉਂ ਹੋਇਆ, ਅੱਗੇ ਤੋਂ ਐਸੀ ਚੀਜ਼ ਨਾ ਹੋਵੇ, ਇਹਦੇ ਬਾਰੇ ਲੋਕਾਂ ਨੂੰ ਸੂਚਿਤ ਕੀਤਾ ਜਾਵੇ। ਕਿਸ ਵਿਅਕਤੀ ਦਾ ਕਿਹੜੀ ਪਾਰਟੀ ਨਾਲ ਸੰਬੰਧ ਹੈ ਇਹ ਬਹੁਤਾ ਵੱਡਾ ਇਸ਼ੂ ਨਹੀਂ ਹੈਗਾ। ਇਸ਼ੂ ਤਾਂ ਇਹ ਸੀ ਕਿ ਉੱਥੇ ਗੋਲੀ ਚਲਾਈ ਗਈ ਔਰ ਉਹਦੇ 'ਚ 8 ਪੁਲਿਸ ਵਾਲੇ ਜ਼ਖਮੀ ਹੋਏ, 1 ਸਿਵਲੀਅਨ ਜ਼ਖਮੀ ਹੋਇਆ। ਉਹਦੀ ਪਰਮਿਸ਼ਨ ਲੈਣੀ ਬਣਦੀ ਸੀ, ਉਹ ਨਹੀਂ ਲਈ ਗਈ ਪ੍ਰੋਸੈਸ਼ਨ ਦੀ। ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਹੋ ਸਕਦਾ, ਹੋ ਰਿਹਾ ਹੈ। ਤਾਂ ਇੱਕ ਐਪਰੀਸ਼ੀਏਬਲ ਕੰਮ ਹੈਗਾ। ਸਰ, ਜਿਹੜੀ ਗੋਲੀ ਚੱਲੀ ਹੈ ਜਿਹਦੇ 'ਚ 8 ਪੁਲਿਸ ਵਾਲੇ ਜ਼ਖਮੀ ਹੋਏ ਨੇ, ਇਹ ਤੁਹਾਨੂੰ ਕੀ ਲੱਗਦਾ ਵੀ ਇਹ
ਕੁਝ ਸ਼ਰਾਰਤੀ ਅਨਸਰਾਂ ਦਾ ਕੰਮ ਹੈ ਜਾਂ ਵੈਸੇ ਹੀ ਉੱਥੇ ਜਾਂਦੇ, ਜਿਵੇਂ ਆਪਾਂ ਰੋਡ ਰੇਜ ਕਹਿੰਦੇ ਆ ਵੀ ਬੈਠੇ ਬੈਠੇ ਲੜਾਈ ਝਗੜਾ ਸ਼ੁਰੂ ਹੋ ਗਿਆ ਖਾਮ ਖਾਈ? ਤੁਹਾਨੂੰ ਇਹਦੇ ਬਾਰੇ ਕੀ ਲੱਗਦਾ? ਦੇਖੋ ਮੰਗੀਆ ਸਾਹਿਬ, ਇਹ ਇੱਕ ਤਾਂ ਤਫਤੀਸ਼ ਦਾ ਵਿਸ਼ਾ, ਹਾਲੇ ਤਫਤੀਸ਼ ਚੱਲ ਰਹੀ ਹੈ। ਜਦ ਤੱਕ ਤਫਤੀਸ਼ ਦਾ ਅੰਤਿਮ ਰਿਪੋਰਟ ਨਹੀਂ ਆਉਂਦੀ ਇਹਦੇ ਬਾਰੇ ਕਮੈਂਟ ਕਰਨੀ ਬਹੁਤੀ ਅੱਛੀ ਗੱਲ ਨਹੀਂ ਹੈਗੀ। ਲੇਕਿਨ ਅਗਰ ਕੋਈ ਕੌਨਸਪੀਰੇਸੀ ਹੈਗੀ ਹੈ ਉਹ ਨੰਗੀ ਹੋਣੀ ਚਾਹੀਦੀ ਹੈ। ਜੇ ਕਿਸੇ ਬੰਦੇ ਨੇ ਇਹਨੂੰ ਕ੍ਰਿਮੀਨਲ ਨੂੰ ਸ਼ਹਿ ਦਿੱਤੀ ਹੈ ਉਹ ਵੀ ਨੰਗਾ ਹੋਣਾ ਚਾਹੀਦਾ, ਤੇ ਇਹਦੇ 'ਤੇ ਰਾਜਨੀਤੀ ਨਾ ਹੋਵੇ, ਇਹ ਜ਼ਿਆਦਾ ਅੱਛੀ ਗੱਲ ਹੈ। ਇਹਦੇ ਬਾਰੇ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। ਜਿਵੇਂ ਪਟਿਆਲਾ ਇੱਕ ਕੰਮ ਹੀ ਬਣ ਗਿਆ ਵੀ ਪੁਲਿਸ ਵਾਲਿਆਂ 'ਤੇ ਹਮਲਾ ਹੋਣਾ ਅਤੇ ਉਹਨਾਂ ਦੇ ਹੱਥ ਵੱਢੇ ਜਾਣੇ। ਜੇ ਪੁਲਿਸ ਜਿਹੜੀ ਹੈ ਇਨ ਯੂਨੀਫਾਰਮ ਸਰਕਾਰ ਨੂੰ ਰਿਪਰੈਜ਼ੈਂਟ ਕਰਦੀ ਹੈ, ਅਸੀਂ ਉਹ ਪੁਲਿਸ ਦਾ ਜਿਹੜੇ ਅਸਲ ਦੋਸ਼ੀ ਹੈ ਉਹ ਕਿੰਨੀ ਦੇਰ 'ਚ ਸਜ਼ਾ ਹੋਣਗੇ ਪਿਛਲੇ ਕੇਸ 'ਤੇ, ਇਹ ਵੀ ਨਹੀਂ ਕਿਸੇ ਨੂੰ ਪਤਾ। ਅਤੇ ਜਿਹੜਾ ਬੰਦਿਆਂ ਨੇ ਉੱਥੇ ਇੱਕ ਬੰਦਾ ਮਾਰਿਆ ਬਾਰਡਰ ਦੇ ਉੱਤੇ, ਸਿੰਘੂ ਬਾਰਡਰ 'ਤੇ, ਤਰਨ ਤਾਰਨ ਦੇ ਅਟਾਰੀ ਦੇ ਲਾਗੇ ਦਾ ਰਹਿਣ ਵਾਲਾ ਬੰਦਾ ਸੀ। ਉਹਨੂੰ ਕਤਲ ਕਰਨ ਵਾਲਾ ਜਿਹੜਾ ਆ, ਉਹਨੇ ਜਿਸ ਤਰ੍ਹਾਂ ਗ੍ਰਿਫਤਾਰੀ ਦਿੱਤੀ ਹੈ ਹਾਰ ਪਾ ਕੇ ਅਤੇ ਫਲਾਣਾ ਕਰਕੇ, ਇਹ ਮੈਂ ਸਮਝਦਾ ਇਹ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਆਪਣੇ ਆਪ ਨੂੰ ਆਪ ਹੀ ਨੀਵਾਂ ਦਿਖਾ ਰਹੀ ਹੈ। ਜਿਹੜੇ ਕ੍ਰਿਮੀਨਲ ਹੈ ਉਹ ਗਲੋਰੀਫਾਈ ਹੋ ਰਹੇ ਆ। ਜਦੋਂ ਤੱਕ ਤੁਸੀਂ ਉਹਨਾਂ ਦੇ ਖਿਲਾਫ ਸਖਤੀ ਨਾਲ ਐਕਸ਼ਨ ਨਹੀਂ ਲੈਂਦੇ, ਇਹ ਕਿਹੜਾ ਨਵਾਂ ਕੰਮ ਚੱਲ ਪਿਆ ਕਿ ਗ੍ਰਿਫਤਾਰੀ ਦੇਣੀ ਹੈ ਅਤੇ ਹਾਰ ਪਾ ਕੇ ਗ੍ਰਿਫਤਾਰੀ ਦੇਵੇਗਾ, ਉਹ ਆਪਣੀਆਂ ਸ਼ਰਤਾਂ 'ਤੇ ਗ੍ਰਿਫਤਾਰੀ ਦੇਵੇਗਾ। ਸੋ ਪੁਲਿਸ ਜਿਹੜੀ ਹੈ ਇਹਦੀ ਵੀਕਨੈਸ ਅਤੇ ਇਹਨਾਂ ਨੂੰ ਜਿਹੜੀ ਹਿੰਮਤ ਨਾ ਹੋਣਾ ਆਪਣੇ ਆਪ ਨੂੰ ਕ੍ਰਾਈਮ ਨੂੰ ਕੰਟਰੋਲ ਕਰਨ ਦੀ, ਇਹਦਾ ਮੈਨੂੰ ਕਾਰਨ ਲੱਗਦਾ। ਜਿਹੜੀ ਆ ਜਦੋਂ ਵੀ ਪੁਲਿਸ ਦਾ ਇਹ ਕੰਮ ਹੈ ਕਿ ਉਹ ਕ੍ਰਾਈਮ ਹੋਣ ਤੋਂ ਪਹਿਲਾਂ ਪ੍ਰੀਵੈਂਸ਼ਨ ਕਰੇ। ਇਨਫੋਰਮੇਸ਼ਨ ਚਾਹੀਦੀ ਹੈ, ਜੇ ਪਤਾ ਸ਼ਿਵ ਸੈਨਾ ਵਾਲੇ ਜਲੂਸ ਕੱਢ ਰਹੇ ਆ ਜਾਂ ਦੂਜੇ ਪਾਸੇ ਉਹ ਵੀ ਆ ਸਕਦੇ ਆ, ਅਤੇ ਪ੍ਰੀਵੈਂਟਿਵ ਐਕਸ਼ਨ ਕਿਉਂ ਨਹੀਂ ਹੋਇਆ? ਦੂਜੀ ਗੱਲ ਇਹ ਹੈ ਕਿ ਤੁਸੀਂ ਜਿਹੜੀਆਂ ਲੋਕਾਂ ਨੂੰ ਸਮਝਾ ਬੁਝਾ ਵੀ ਨਹੀਂ ਸਕਦੇ। ਅਸੀਂ ਅੱਜ ਵੀ ਗੱਲ ਕੀਤੀ ਹੈ ਕਿ ਨੈਸ਼ਨਲ ਲੈਵਲ 'ਤੇ ਵੀ ਅਤੇ ਡਿਸਟ੍ਰਿਕਟ ਲੈਵਲ ਤੱਕ ਇੰਟਰਫੇਥ ਕੋਆਰਡੀਨੇਸ਼ਨ ਕਮੇਟੀਆਂ ਬਣਨੀਆਂ ਚਾਹੀਦੀਆਂ। ਜਦੋਂ ਤੱਕ ਇੰਟਰਫੇਥ ਕੋਆਰਡੀਨੇਸ਼ਨ ਕਮੇਟੀ ਨਹੀਂ ਬਣੇਗੀ ਉਦੋਂ ਤੱਕ ਗੱਲ ਨਹੀਂ ਹੋਏਗੀ। ਦੂਜੀ ਗੱਲ ਹੈ ਕਿ ਜਿਹੜਾ ਕੰਮ ਸਰਕਾਰਾਂ ਦਾ ਕਰਨ ਵਾਲਾ ਹੈ ਉਹ ਲੋਕ ਕਿਉਂ ਕਰਨ? ਜੇ ਕਿਤੇ ਝੰਡੇ ਲੱਗਦੇ ਆ ਕਿਸੇ ਦੇ ਕਹਿਣ 'ਤੇ ਖਾਲਿਸਤਾਨ ਦੇ, ਔਰ ਸਰਕਾਰ ਦੀ ਪੁਲਿਸ ਇਹ ਕਹਿੰਦੀ ਹੈ ਕਿ ਤੁਸੀਂ ਰਾਜੀਨਾਮਾ ਕਰ ਲਓ, 1 ਲੱਖ ਰੁਪਈਆ ਲੈ ਲਓ ਜੇ ਬੱਸਾਂ ਨੂੰ ਪੱਥਰ ਮਾਰੇ ਗਏ, ਅਤੇ ਮੈਂ ਸਮਝਦਾ ਸਰਕਾਰ ਆਪ ਹੀ ਕੰਪਰੋਮਾਈਜ਼ਡ ਹੈ। ਦੇਖੋ ਨਾ, ਇੱਕ ਐਸਾ ਇਸ਼ੂ ਹੈ ਜਿਹਨੂੰ ਪ੍ਰੋਫੈਸ਼ਨਲੀ ਹੈਂਡਲ ਕਰਨਾ ਚਾਹੀਦਾ। ਜਿਹੜਾ ਬੰਦਾ ਕ੍ਰਿਮੀਨਲ ਹੈ ਉਹ ਦੇਸ਼ ਦਾ ਦੁਸ਼ਮਣ ਹੈ, ਔਰ ਸਾਨੂੰ ਇੱਥੇ ਐਵੇਂ ਅਨਨੈਸੈਸਰੀ ਐਲੀਗੇਸ਼ਨ ਗੌਰਮੈਂਟਾਂ 'ਤੇ ਲੱਗ ਰਹੇ ਆ। ਮੈਨੂੰ ਵੀ ਪੁੱਛਦੇ ਸੀ, ਮੈਂ ਦੱਸਿਆ ਕਿ ਅਮਰੀਕਾ ਦੇ ਵਿੱਚ 3 ਸਿੱਖਾਂ ਨੂੰ ਨਿਊਯਾਰਕ 'ਚ ਤੁਰੇ ਜਾਂਦਿਆਂ ਨੂੰ ਹੇਟ ਕ੍ਰਾਈਮ ਵਾਲਿਆਂ ਨੇ ਸੱਟਾਂ ਮਾਰੀਆਂ। ਉਸ ਤੋਂ ਪਹਿਲਾਂ ਗੁਰਦੁਆਰਿਆਂ 'ਚ ਹਮਲੇ ਹੋਏ, ਦੂਜੀ ਜਗ੍ਹਾ ਜਾ ਕੇ ਬੰਦੇ ਮਾਰੇ ਗਏ। ਇਹ ਹੇਟ ਕ੍ਰਾਈਮ ਡਿਵੈਲਪਡ ਕੰਟਰੀ 'ਚ ਵੀ ਹੋ ਰਿਹਾ। ਇਹੋ ਜਿਹਾ ਸਿਰਫ ਰਿਹਾ ਕੋਈ ਨਾ ਕੋਈ ਵਿਅਕਤੀ ਸਾਡੀ 130 ਕਰੋੜ 35 ਕਰੋੜ ਦੀ ਆਬਾਦੀ 'ਚ ਵੀ ਹੋਣਗੇ, ਲੇਕਿਨ ਉਹ ਸਿਰਫ ਫਿਰੇ ਸਾਰੀ ਸੁਸਾਇਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਪਾਕਿਸਤਾਨ ਦੇ ਵਿੱਚ ਸਾਡੇ ਕੋਲ ਰਿਪੋਰਟ ਆਈ ਕਿ ਇੱਥੇ ਇੱਕ ਸਿੱਖ ਨੂੰ ਸੱਟਾਂ ਮਾਰੀਆਂ ਗਈਆਂ। 6000 ਸਾਰੀ ਸਿੱਖਾਂ ਦੀ ਆਬਾਦੀ ਹੈ। ਗੁਲਾਬ ਸਿੰਘ ਨਾਂ ਦਾ ਥਾਣੇਦਾਰ, ਜਿਹਨੂੰ ਬੜੇ ਉਤਸ਼ਾਹ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਕਿ ਟ੍ਰੈਫਿਕ ਸਾਰਜੈਂਟ ਬਣਾ ਦਿੱਤਾ, ਉਹਨੂੰ ਫਿਰ ਨੌਕਰੀ ਤੋਂ ਡਿਸਮਿਸ ਕਰਤਾ। ਉਹ 2 ਮਹੀਨੇ ਤੋਂ ਲਾਪਤਾ। ਅਸੀਂ ਉਹਦੇ ਬਾਰੇ ਵੀ ਚਿੰਤਾ ਜ਼ਾਹਰ ਕੀਤੀ ਹੈ ਔਰ ਗੌਰਮੈਂਟ ਨੂੰ ਬੇਨਤੀ ਕੀਤੀ ਹੈ ਕਿ ਭਾਰਤ ਦੇ ਸਿੱਖ ਇਹਨਾਂ ਦੇ ਬਾਰੇ, ਇਹਨਾਂ ਦੀ ਸੁਰੱਖਿਆ ਬਾਰੇ ਚਿੰਤਿਤ ਹੈ ਅਤੇ ਪਾਕਿਸਤਾਨ ਅਤੇ ਅਮਰੀਕਾ ਦੀ ਗੌਰਮੈਂਟ ਨਾਲ ਇਹ ਇਸ਼ੂ ਟੇਕ ਅਪ ਕੀਤਾ ਜਾਵੇ ਕਿ ਸਾਰਿਆਂ ਨੂੰ ਮਾਈਨੋਰਟੀਜ਼ ਜਿਹੜੀਆਂ ਹੈਗੀਆਂ ਦੇ ਸ਼ੁੱਡ ਬੀ ਪ੍ਰੋਟੈਕਟਿਡ, ਬਟ ਐਟ ਦੀ ਸੇਮ ਟਾਈਮ nobody should be allowed to take the law in his own hand. ਜਿਸ ਤਰੀਕੇ ਚੇਅਰਮੈਨ ਸਾਹਿਬ ਨੇ ਦੱਸਿਆ ਹੈ ਕਿ ਇਹਨਾਂ ਨੇ ਉੱਥੇ ਜਾ ਕੇ ਖੁਦ ਇਨਕੁਆਇਰੀ ਕੀਤੀ
ਔਰ ਦੋ ਕਮਿਊਨਿਟੀਜ਼ ਦੀ ਜਿਹੜੀ ਲੜਾਈ ਹੈ ਉਹ ਕੋਈ ਆਪਸ 'ਚ ਉੱਥੇ ਜਿਹੜੇ ਲੋਕਲ ਰੈਜ਼ੀਡੈਂਟਸ ਨੇ ਉਹਨਾਂ ਦੀ ਆਪਸ ਦੀ ਕੋਈ ਲੜਾਈ ਨਹੀਂ ਹੈ। ਇਹ ਕੋਈ ਸ਼ਰਾਰਤੀ ਅਨਸਰ ਵਿੱਚ ਵੜ ਕੇ ਉਹਨੇ ਲੜਾਈ ਸ਼ੁਰੂ ਕਰਤੀ ਔਰ ਉਹ ਆਖਰੀ ਦੇ ਵਿੱਚ ਉਹਨੇ ਹੋਰ ਰੂਪ ਲੈ ਲਿਆ। ਤੇ ਜਿਸ ਤਰ੍ਹਾਂ ਇਹਨਾਂ ਨੇ ਗੱਲ ਕਹੀ ਹੈ ਵੀ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਕੋਆਰਡੀਨੇਸ਼ਨ ਕਮੇਟੀ ਬਣਨੀ ਚਾਹੀਦੀ ਹੈ ਤੇ ਇਹ ਹੁਣ ਆਉਣ ਵਾਲਾ ਵਕਤ ਦੱਸੇਗਾ ਵੀ ਕਦ ਤੱਕ ਇਹ ਕੋਆਰਡੀਨੇਸ਼ਨ ਕਮੇਟੀਆਂ ਬਣਨਗੀਆਂ ਤੇ ਔਰ ਉਹਦਾ ਕੀ ਰਿਜ਼ਲਟ ਆਏਗਾ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ।